परमित परमन जाना, बात नहीं बैकुंठ समाना। ना जाना बैकुंठ कहाँ ही, जान जान सब कहें तहाँ ही। रहाओ कहन कहावन न पत्यई है, तो मन माने जाते हो मैं जई है। जब लग मन बैकुंठ की आस, तब लग होए नहीं चरण निवास। कहो कबीर एक कहिए काहे, साध संगत बैकुंठ है आहे। वाहिगुरु जी का खालसा, वाहिगुरु जी की फतेह। ਭਗਤ ਬਾਣੀ ਦਾ ਪਾਠ ਅਤੇ ਵਿਚਾਰ ਕਰਦਿਆਂ ਸਹਿਜੇ ਸਹਿਜੇ ਬ੍ਰਾਹਮਣ ਦੀਆਂ ਮਨੋਕਲਪਿਤ ਗੱਲਾਂ ਜੋ ਹਨ, ਉਹਨਾਂ ਦਾ ਪਾਜ ਭਗਤ ਜੀ ਉਗੇੜਦੇ ਹਨ ਤਥਾ ਸੱਚ ਦੇ ਮਾਰਗ ਤੇ ਤੁਰਨ ਦੀ ਪ੍ਰੇਰਨਾ ਕਰਦੇ ਹਨ। ਇਸ ਪਾਵਨ ਸ਼ਬਦ ਦੇ ਅੰਦਰ ਭਗਤ ਜੀ ਨੇ ਗੱਲ ਇੱਥੋਂ ਸ਼ੁਰੂ ਕੀਤੀ ਹੈ, ਕਿਉਂਕਿ ਸ਼ਬਦ ਦੀ ਰਹਾਉ ਦੀ ਪੰਕਤੀ ਜੋ ਹੈ ਉਹ ਸ਼ਬਦ ਦਾ ਕੇਂਦਰੀ ਭਾਵ ਹੈ। ਭਗਤ ਜੀ ਕਹਿੰਦੇ ਹਨ, ਨਾ ਜਾਣਾ ਬੈਕੁੰਠ ਕਾਹੀ। ਮੈਨੂੰ ਨਹੀਂ ਪਤਾ ਕਿ ਉਹ ਬੈਕੁੰਠ ਕਿੱਥੇ ਹੈ। ਜਿਹੜੇ ਬੈਕੁੰਠ ਦੀਆਂ ਗੱਲਾਂ ਸਾਡੇ ਧਰਮ ਗ੍ਰੰਥਾਂ ਵਿੱਚ ਤਥਾ ਇਹ ਬ੍ਰਾਹਮਣ ਲੋਕ ਪੁਜਾਰੀ ਲੋਕ ਕਰ ਕਰਕੇ ਭੋਲੇ ਭਾਲੇ ਲੋਕਾਂ ਨੂੰ ਫਸਾਉਂਦੇ ਹਨ ਤੇ ਬੈਕੁੰਠ ਦਾ ਲਾਲਚ ਦਿੰਦੇ ਹਨ। ਭਗਤ ਜੀ ਕਹਿੰਦੇ ਨੇ, ਮੈਨੂੰ ਤੇ ਬਿਲਕੁਲ ਪਤਾ ਨਹੀਂ ਵੀ ਉਹ ਬੈਕੁੰਠ ਕਿੱਥੇ ਹੈ। ਨਾ ਜਾਣਾ बैकुंठ काहीं, जान जान सब कहें ताहीं। पर सारे लोग जितने भी धर्म कर्म विच लगे हुए ने तथा जिहड़े ब्राह्मणां दी कर्म कांडी नीति दे उपासक ने, सारे बैकुंठ दीयां गल्लां करदे हन। असीं बैकुंठ विच जाना है, तुसीं बैकुंठ विच जाओगे, तुहानूं बैकुंठ मिलेगा। पर भगत जी कहते हैं, मैनू नहीं पता वो बैकुंठ कित्थे है। इस पंक्ति नूं बड़े ध्यानपूर्वक समझण दी लोड़ है, क्योंकि भगत जी दे इर्द गिर्द इहो जिहे लोक बहुत ने जिहड़े लोकां नूं ये भरम पाउंदे हन, जे तुसी इशनान करोगे, जे तुसी दान करोगे, जे तुसी फलाणे मंत्र दा जाप करो, तुसी बैकुंठ में चले जाओ। भगत जी कहते मैं जानता ही नहीं वो बैकुंठ कित्थे है। जिहड़े बैकुंठ में जाण दे चर्चे ये सारे धार्मिक लोग कर रहे हैं। ना जाना बैकुंठ काहीं, जान जान सब कहें ताहीं। जिहदे कोलों पुछो सब कहते जी मैं बैकुंठ चला जावां, मैं ये काम करांगा, मैनू बैकुंठ मिल जाएगा। धर्म अस्थानां उत्ते बैठे पुजारी लोग लोकां नूं यही कुछ कह रहे। पर भगत जी असलीयत दा पर्दा ज़ाहर करदे, कहंदे जो जन परमित परमन जाना। जो जन, हुण इत्थे जन दा नन्ना मुक्ता होण करके जिहड़े बंदे, जिहड़े मनुख परमित परमन जाना। परमित का मतलब है जिसकी मिणती नहीं की जा सकती, जिहड़ा मन की हद बन्ने तो परे है, भाव जिसनूं मन के घेरे विच लिआंदा ही नहीं जा सकता। जिहड़े लोग ये दावा करते हैं कि असी उस परमात्मा नूं जान लिया,
ਬਾਤ ਨਹੀਂ ਬੈਕੁੰਠ ਸਮਾਨਾ। ਇਸੇ ਤਰ੍ਹਾਂ ਉਹ ਗੱਲਾਂ ਨਾਲ ਹੀ ਆਪਣੇ ਆਪ ਨੂੰ ਬੈਕੁੰਠ ਵਿੱਚ ਪਹੁੰਚਿਆ ਸਮਝ ਰਹੇ। ਨਾ ਉਹਨਾਂ ਪਰਮੇਸ਼ਰ ਦੀ ਗਤ ਮਿਤੀ ਜਾਣੀ ਤੇ ਨਾ ਉਹਨਾਂ ਨੇ ਕਦੇ ਬੈਕੁੰਠ ਦੇਖੇ। ਦੇਖੋ ਗੁਰਬਾਣੀ ਵਿੱਚ ਤੇ ਮਹਾਰਾਜ ਕਹਿੰਦੇ ਪਿਆਰਿਓ, ਕਦੇ ਵੀ ਇਹ ਦਾਵਾ ਨਾ ਕਰੋ, ਬਲਕਿ ਇਹ ਕਹੋ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਦਾ ਕੁਰਬਾਨੀ। ਵਾਹਿਗੁਰੂ ਜੀ ਤੁਹਾਡੀ ਗਤ ਮਿਤੀ ਤੁਸੀਂ ਜਾਣਦੇ ਹੋ, ਅਸੀਂ ਸੇਵਕ ਕੀ ਜਾਣ ਸਕਦੇ। ਜਿਵੇਂ ਕੋਈ ਬੂੰਦ ਕਹੇ ਕਿ ਮੈਂ ਸਮੁੰਦਰ ਦਾ ਅੰਤ ਪਾ ਲਿਆ। ਸਮੁੰਦਰ ਵਿੱਚ ਰਲ ਕੇ ਸਮੁੰਦਰ ਤੇ ਬਣਿਆ ਜਾ ਸਕਦਾ, ਪਰ ਸਮੁੰਦਰ ਦਾ ਅੰਤ ਨਹੀਂ ਪਾ ਸਕਦਾ। ਰੋਜ਼ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ, ਸਾਲਾ ਹੀ ਸਾਲਾ ਹੈ ਏਤੀ ਸੁਰਤ ਨ ਪਾਈਆ, ਨਦੀਆਂ ਅਤੈ ਵਾਹ ਭਵੇਂ ਸਮੁੰਦ ਨ ਜਾਣੀਏ। ਆਖਿਆ ਸਲਾਹਣ ਯੋਗ ਪਰਮਾਤਮਾ ਨੂੰ ਲੋਕ ਸਲਾਹੁੰਦੇ ਹਨ, ਪਰ ਏਤੀ ਸੁਰਤ ਨਾ ਪਾਈ ਆ, ਇੰਨੀ ਸੋਝੀ ਉਹਨਾਂ ਨੂੰ ਨਹੀਂ ਪ੍ਰਾਪਤ ਹੋਈ ਕਿ ਉਹ ਦੱਸ ਸਕਣ ਪਰਮਾਤਮਾ ਕਿਤਨਾ ਵੱਡਾ। ਜਿਸ ਤਰ੍ਹਾਂ ਨਦੀਆਂ ਤੇ ਨਾਲੇ ਰਲ ਕੇ ਚਲਦੇ ਚਲਦੇ ਸਮੁੰਦਰ ਵਿੱਚ ਜਾ ਪੈਂਦੇ ਨੇ, ਹੁਣ ਸਮੁੰਦਰ ਵਿੱਚ ਪੈਣ ਕਰਕੇ ਉਹ ਸਮੁੰਦਰ ਬਣ ਜਾਂਦੇ ਨੇ, ਪਰ ਇਹ ਨਹੀਂ ਦੱਸ ਸਕਦੇ ਕਿ ਸਮੁੰਦਰ ਕਿਤਨਾ ਵੱਡਾ। ਭਗਤ ਜੀ ਕਹਿੰਦੇ ਨੇ ਇਸੇ ਤਰ੍ਹਾਂ ਮੈਂ ਇਹਨਾਂ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਹੈਰਾਨ ਹਾਂ ਕਿ ਗੱਲੀ ਬਾਤੀ ਹੀ ਪਲਾ ਪਲਾਈ ਜਾਂਦੇ ਤੇ ਕਹੀ ਜਾਂਦੇ ਅਸੀਂ ਬੈਕੁੰਠ ਪਹੁੰਚ। ਜੋ ਜਨ ਪਰਮਿਤ ਪਰਮਨ ਜਾਨਾ, ਬਾਤ ਨਹੀਂ ਬੈਕੁੰਠ ਸਮਾਨਾ। ਇਹਨਾਂ ਦੀਆਂ ਗੱਲਾਂ ਉੱਤੇ ਕੋਈ ਵੀ ਤਸੱਲੀ ਨਹੀਂ ਹੋ ਸਕਦੀ। ਇਹ ਤਾਂ ਗੱਲੀ ਬਾਤੀ ਹੀ ਬੈਕੁੰਠ ਵਿੱਚ ਪਹੁੰਚੇ ਹੋਏ। ਨਾ ਜਾਨਾ ਬੈਕੁੰਠ ਕਾਈ, ਆਖਿਆ ਮੈਂ ਨਹੀਂ ਜਾਣਦਾ ਉਹ ਬੈਕੁੰਠ ਕਿੱਥੇ ਹੈ। ਜਿਸ ਬੈਕੁੰਠ ਦਾ ਲੋਕ ਲਾਲਚ ਦੇ ਰਹੇ ਨੇ, ਜਿਸ ਬੈਕੁੰਠ ਜਾਣ ਦੀ ਲੋਕ ਗੱਲ ਕਰ ਰਹੇ ਨੇ, ਮੈਨੂੰ ਤੇ ਪਤਾ ਨਹੀਂ ਉਹ ਬੈਕੁੰਠ ਕਿੱਥੇ। ਜਾਨ ਜਾਨ ਤਬ ਕਹੇ ਤਾਂ ਹੀ, ਜਿਹਦੇ ਨਾਲ ਗੱਲ ਕਰੋ ਸਾਰੇ ਬੈਕੁੰਠ ਜਾਣ ਦੀ ਗੱਲ ਕਰਦੇ। ਲਓ ਹੁਣ ਭਗਤ ਜੀ ਅਗਲੇ ਪਦ ਵਿੱਚ ਕਹਿੰਦੇ ਨੇ, ਕਹਿਣ ਕਹਾਵਨ ਨਾ ਪਤਿਆਈ ਹੈ। ਭਾਈ ਇਹਨਾਂ ਗੱਲਾਂ ਬਾਤਾਂ ਦੇ ਨਾਲ ਨਾ ਪਤਿਆਈ ਹੈ, ਨਹੀਂ ਤਸੱਲੀ ਹੋ ਸਕਦੀ, ਨਹੀਂ ਮਨ ਪਤੀਜ ਸਕਦਾ। ਤੇ ਜਦੋਂ ਤੀਕਰ ਮਨ ਨਾ ਪਤੀਜੇ, ਐਵੇਂ ਗੱਲੀ ਬਾਤੀ ਆਪਣੇ ਆਪ ਨੂੰ ਹਨੇਰੇ ਵਿੱਚ ਰੱਖਣ ਵਾਲੀ ਗੱਲ। ਤਾਂ ਉਹ ਮਨ ਮਨ ਹੈ ਜਾਂ ਤੇ ਹਉਮੈ ਜਈਏ। ਆਖਿਆ ਮਨ ਦੀ ਤਸੱਲੀ ਤੇ ਉਸ ਦਿਨ ਹੋਵੇਗੀ ਤਾਂ ਉਹ ਮਨ ਹੈ। ਮਨ ਦੇ ਨੰਨੇ ਨੂੰ ਔਂਕੜ ਹੈ। ਦੇਖੋ ਗੁਰਬਾਣੀ ਵਿੱਚੋਂ ਹੀ ਸਾਰੀ ਸੇਧ ਮਿਲਦੀ। ਜਿੱਥੇ ਮਨ ਦੇ ਨੰਨੇ ਨੂੰ ਸਿਆਰੀ ਹੈ ਉਹਦਾ ਅਰਥ ਹੋਰ ਹੈ, ਜਿੱਥੇ ਮਨ ਦਾ ਨੰਨਾ ਔਂਕੜ ਹੈ ਉੱਥੇ ਹੋਰ ਹੈ। ਜਿੱਥੇ ਮਨ ਦਾ ਮੰਮਾ ਮੁਕਤਾ ਹੈ ਉੱਥੇ ਸੰਬੰਧ ਕੀ ਹੈ। ਇਹ ਗੱਲਾਂ ਧਿਆਨ ਵਿੱਚ ਰੱਖਣ ਵਾਲੀਆਂ ਨੇ। ਤੋ ਕਬੀਰ ਜੀ ਨੇ ਆਪਣਾ ਫੈਸਲਾ ਦਿੱਤਾ, ਕਹਿਣ ਕਾਮਨ ਨਾ ਪਤਿਆਈ ਹੈ। ਗੱਲਾਂ ਬਾਤਾਂ ਦਾ ਇਹ ਵਿਸ਼ਾ ਨਹੀਂ ਹੈਗਾ। ਗੱਲਾਂ ਬਾਤਾਂ ਨਾਲ ਕਦੇ ਵੀ ਕੋਈ ਪਤੀਜ ਨਹੀਂ ਸਕਦਾ। ਗੱਲਾਂ ਬਾਤਾਂ ਨਾਲ ਕਿਸੇ ਦਾ ਢਿੱਡ ਭਰਿਆ ਨਹੀਂ ਜਾ ਸਕਦਾ। ਤਾਂ ਉਹ ਮਨ ਹੈ। ਮਨ ਦੀ ਤਸੱਲੀ ਤੇ ਉਸ ਦਿਨ ਹੋਣੀ ਹੈ ਜਾਂ ਤੇ ਹਉਮੈ ਜਈ ਹੈ। ਜਦੋਂ ਇਸ ਮਨ ਵਿੱਚੋਂ ਹਉਮੈ ਮੁੱਕ ਜਾਏਗੀ, ਕਿਉਂਕਿ ਹਉਮੈ ਦੀ ਇੱਕ ਦੀਵਾਰ ਹੈ ਜਿਸ ਨੇ ਸਾਨੂੰ ਪਰਮਾਤਮਾ ਤੋਂ ਵੱਖਰਾ ਕੀਤਾ ਹੋਇਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੀ ਬਾਣੀ ਵਿੱਚ ਫਰਮਾਉਂਦੇ ਨੇ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ,
ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਾਹ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕਿਆ ਪੜੀਐ ਕਿਆ ਗੁਨੀਐ ਕਿਆ ਬੇਦ ਪੁਰਾਨਾ ਸੁਣੀਐ। ਪੜੇ ਸੁਨੇ ਕਿਆ ਹੋਈ ਜੋ ਸਹਿਜ ਨ ਮਿਲੇ ਹੋ ਸੋਈ। ਹਰ ਕਾ ਨਾਮ ਨ ਜਪਸ ਗਵਾਰਾ ਕਿਆ ਸੋਚੈ ਬਾਰੰਬਾਰਾ। ਅੰਧਿਆਰੇ ਦੀਪਕ ਚਈਐ ਇੱਕ ਬਸਤ ਅਗੋਚਰ ਲਈਐ। ਬਸਤ ਅਗੋਚਰ ਪਾਈ ਘਟ ਦੀਪਕ ਰਹਾ ਸਮਾਈ। ਆਖਿਆ ਕਹਿਨ ਕਹਾਵਨ ਨਾ ਪਤਿਆਈ ਹੈ। ਕਿਉਂਕਿ ਲੋਕਾਂ ਦਾ ਸੁਭਾਅ ਬਣ ਚੁੱਕਾ ਹੈ, ਸੁਣਦੇ ਕੁਝ ਨਹੀਂ, ਮੰਨਦੇ ਕੁਝ ਨਹੀਂ, ਕਰਦੇ ਕੁਝ ਨਹੀਂ। ਬਸ ਇਹ ਕਹਿਣਗੇ ਬਾਤਨ ਹੀ ਅਸਮਾਨ ਗਰਮ ਹੈ, ਗੱਲਾਂ ਨਾਲ ਹੀ ਅਸਮਾਨ ਨੂੰ ਥੱਲੇ ਲਿਆਉਂਦੇ। ਹਰ ਜਲ ਸੁਣੈ ਨਾ ਹਰ ਗੁਣ ਗਾਵੇਂ ਬਾਤਨ ਹੀ ਅਸਮਾਨ ਗਿਰਾਵੇਂ। ਆਖਿਆ ਗੱਲਾਂ ਨਾਲ ਅਸਮਾਨ ਨੂੰ ਥੱਲੇ ਲੈ ਆਉਂਦੇ ਨੇ। ਜਿਵੇਂ ਇੱਕ ਆਮ ਮੁਹਾਵਰਾ ਹੈ ਬਈ ਕੋਈ ਕਹੇ ਜੀ ਅਸਮਾਨ ਨੂੰ ਟਾਕੀ ਲਾ ਦਿੱਤੀ, ਕਹਿੰਦੇ ਸਭ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ। ਪਰ ਇਹੋ ਜਿਹੀਆਂ ਗੱਲਾਂ ਦੇ ਨਾਲ ਕਦੇ ਢਿੱਡ ਪੂਰਾ ਨਹੀਂ ਹੁੰਦਾ। ਕਹਿਨ ਕਹਾ ਮਨ ਨਾ ਪਤਿਆਈ ਹੈ ਤਉ ਮਨ ਮਾਨੈ ਜਾਂ ਤੇ ਹਉਮੈ ਜਈ ਹੈ। ਤਉ ਤਦੋਂ ਇਹ ਮਨ ਮੰਨਦਾ ਜੇ ਵਿੱਚੋਂ ਹਉਮੈ ਨਿਕਲ ਜਾਏ। ਇਸੇ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਫਰਮਾਇਆ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਕੂੜ ਦੀ ਕੰਧ ਤਾਂ ਹੀ ਟੁੱਟ ਸਕਦੀ, ਪਰਮਾਤਮਾ ਦੇ ਦਰਸ਼ਨ ਤਾਂ ਹੀ ਹੋ ਸਕਦੇ ਨੇ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਧੁਰੋਂ ਮਰਿਆਦਾ ਲਿਖੀ। ਨਾਲ ਹੀ ਪਾਤਸ਼ਾਹ ਨੇ ਅਗਲੀ ਪੌੜੀ ਵਿੱਚ ਕਿਹਾ, ਹੁਣ ਲੋਕ ਪੁੱਛਦੇ ਨੇ ਹੁਕਮ ਹੈ ਕੀ। ਹੁਕਮੀ ਹੋਮਨ ਆਕਾਰ ਹੁਕਮ ਨ ਕਹਿਆ ਜਾਈ। ਹੁਕਮੀ ਹੋਮਨ ਜੀ ਹੁਕਮ ਮਿਲੇ ਵਡਿਆਈ। ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨ ਕੋਏ। ਆਖਿਆ ਤਉ ਮਨ ਮਾਨੈ ਜਾਂ ਤੇ ਹਉਮੈ ਜਈ ਹੈ। ਜਦੋਂ ਤੀਕਰ ਸਾਡੇ ਮਨ ਵਿੱਚ ਹਉਮੈ ਹੈ ਉਦੋਂ ਤੀਕਰ ਪਰਮਾਤਮਾ ਦੇ ਨਾਲ ਇੱਕ ਮਿਕਤਾ ਕਦੇ ਹੋ ਹੀ ਨਹੀਂ ਸਕਦੀ। ਹਉਮੈ ਇੱਕ ਐਸੀ ਦੀਵਾਰ ਹੈ, ਪਾਤਸ਼ਾਹ ਨੇ ਤੇ ਆਸਾ ਕੀ ਵਾਰ ਵਿੱਚ ਸਮਝਾਇਆ, ਹਉਮੈ ਦੀਰਘ ਰੋਗ ਹੈ ਦਾਰੂ ਵੀ ਇਸ ਮਾਹੀ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਏ। ਤਉ ਮਨ ਮਾਨੈ ਜਾਂ ਤੇ ਹਉਮੈ ਜਈ ਹੈ। ਕਿਉਂਕਿ ਹਉਮੈ ਜਿਹੜੀ ਹੈ ਇਹ ਦੇਖਣ ਨੂੰ ਤੇ ਨਜ਼ਰ ਨਹੀਂ ਆਉਂਦੀ, ਪਰ ਹੈ ਬੜੀ ਬਲਵਾਨ। ਇਹਨੇ ਇੱਕ ਐਸਾ ਪਰਦਾ ਪਾਇਆ ਹੋਇਆ ਕਿ ਸਾਨੂੰ ਪਰਮਾਤਮਾ ਨੇੜੇ ਹੁੰਦਾ ਵੀ ਨਜ਼ਰ ਨਹੀਂ ਆਉਂਦਾ। ਤੋ ਭਗਤਾਂ ਨੇ ਇਸ ਹਉਮੈ ਨੂੰ ਬੜੀ ਸੂਖਸ਼ਮਤਾ ਤੇ ਬਰੀਕੀ ਨਾਲ ਸਮਝਿਆ। ਆਖਿਆ ਜਿਤਨਾ ਸੰਸਾਰ ਦੇ ਅੰਦਰ ਝਗੜਾ ਹੈ ਹਉਮੈ ਕਰਕੇ, ਕਿਸੇ ਨੂੰ ਪੁੱਛ ਕੇ ਵੇਖ ਲਓ, ਸਭ ਹਉਮੈ ਦੇ ਮਾਰੇ ਹੋਏ ਨੇ।
ਤੇ ਆਖਿਆ ਇਹ ਹਉਮੈ ਮੁੱਕ ਕਦੋਂ ਸਕਦੀ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨ ਕੋਏ। ਜਿਸ ਦੇ ਅੰਦਰੋਂ ਹਉਮੈ ਮੁੱਕ ਗਈ ਉਹਦੇ ਅੰਦਰੋਂ ਇਹ ਅਹੰਕਾਰ ਮੁੱਕਦਿਆਂ ਸਾਰ ਇਹ ਕੂੜ ਦੀ ਕੰਧ ਟੁੱਟ ਗਈ। ਕਹਿਨ ਕਾਵਨ ਨਾ ਪਤਿਆਈਐ ਤਉ ਮਨ ਮਾਨੈ ਜਾਤੇ ਹਉਮੈ ਜਈਐ। ਫਿਰ ਇਸ ਹਉਮੈ ਨੂੰ ਦੂਰ ਕਰਨ ਵਾਸਤੇ ਕਬੀਰ ਜੀ ਨੇ ਕਮਾਲ ਕਰ ਦਿੱਤਾ। ਆਪਣੇ ਸ਼ਲੋਕਾਂ ਦੇ ਅੰਦਰ 4 ਸ਼ਲੋਕ ਲਿਖ ਕੇ ਸਮਝਾਏ। ਆਖਿਆ ਪਰਮਾਤਮਾ ਨਾਲ ਮਿਲਣ ਵਾਸਤੇ ਆਪਣੇ ਜੀਵਨ ਵਿੱਚ ਐਸੀ ਤਬਦੀਲੀ ਲਿਆਉਣੀ ਪੈਂਦੀ। ਉਹ ਕਿਹੜੀ ਤਬਦੀਲੀ ਹੈ? ਕਬੀਰ ਅਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ। ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਰੋੜਾ ਬਣਨਾ ਕਿਤਨਾ ਔਖਾ ਹੈ, ਪਰ ਕਬੀਰ ਜੀ ਕਹਿੰਦੇ ਜੇ ਕੋਈ ਰੋੜਾ ਬਣ ਜਾਏ, ਜੇ ਕੋਈ ਆਪਣੀ ਹਉਮੈ ਤਿਆਗ ਕੇ ਰੋੜਾ ਬਣ ਜਾਏ, ਫਿਰ ਵੀ ਹਾਲੀ ਕਾਫੀ ਨਹੀਂ। ਕਬੀਰਾ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ। ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। फिर अगले श्लोक तक आख्या कबीर रोड़ा हुआ तो क्या भया पंथी को दुख दे। हर जन ऐसा चाहिए ज्यों धरनी में खे। इन्ना नम्र हो जाए जिवें धरती विच खे मिट्टी रहिंदी। फिर तीजे श्लोक च किया कबीर खे हुई तो क्या भया जो उड़ लागे अंग। हर जन ऐसा चाहिए ज्यों पानी सरभंग। आख्या जे खे भी हो जाए फिर भी काफ़ी नहीं, क्योंकि खे उड़ के किसी दे अंगां ते लगदी, ਉਹਦੇ अंग मैले हो जाते। चंगी गल है जे पानी वर्गा नरम हो जाए। फिर क्या कबीर पानी हो तो क्या भया सीरा ताता होए। जे पानी भी बन गया तो की बने। पानी भी सुभाव बदल लेंदा। सर्दी होवे तो ठंडा हो जाता, गर्मी होवे तो गर्म हो जाता। हर जने ऐसा चाहिए जैसा हर ही होए। वागुरू वर्गा बन जाए तो वह किवें बनेगा जे मन विचों हउमੈ दूर करे। कहन कावन ना पतियाइए तो मन मानै जाते हउमੈ जइए। जे मनो हउमੈ खत्म हो जाए। लो हुण तीजे पद विच होर गल क्लीयर कर दूं। कहते जब लग मन बैकुंठ की आस। जब लग जदों तੀਕਰ मन दे नन्हे नूं सिहारी है, मन विच बैकुंठ प्राप्ति की आस इच्छा लगी हुई है। तब लग होए नहीं चरण निवास। ये लालसा जी है एक बहुत बड़ी रुकावट है। ये तां फरीदा मन मैदान कर टोए टिब्बे ला। अगे मूल ना आवसी दोजक संधी पा। ये सारियां इच्छावां मुकाउणियां पैंदियां ते जदों तੀਕਰ इच्छा नहीं मुकदी। जिवें कबीर जी ने जाच दसी। आख्या ये आसा छड्ड के की करो। कबीर केसो कूकीए ना सोइए असार। रात दिवस के कूकने कबू के सुने पुकार। बस होर सब इच्छा खत्म कर दो। ये जिहड़ियां बैकुंठ आदि दे फुरने ने मुका दिओ। ये स्वर्ग दियां लालसा नूं लत मारो। ते जे ये लालसा अड़ी रहेगी
परमात्मा के चरणों में कदे भी एक मिकता नहीं हो सकती। जब लग मन बैकुंठ की आस, तब लग होए नहीं चरण निवास। क्योंकि जिहड़ी आसा ते मनसा है ये साडे अंदर अपनी होंद बनाई रखती। गुरु नानक पातशाह ने भी फरमाया, हे वाहिगुरु मेरी हालत ये है, एक स्वान दो स्वानी नाल, भलके भौंकै सदा बेहाल। मैं कल ते होर बड़ा तरस भी खाना, परेशान भी। तुसीं आखोगे वो की है? लोक बाणी दे अर्थ समझण दा यतन नहीं करते, बस अपनी मर्जी दे अर्थ करके फस जाते। किसी सज्जन का फोन आया, क्यों जी ये धानक की हुंदा है? महाराज ने अपने आप नूं धानक कहा, इहदा की मतलब है? धानक नूं वड्याया? ਉਹ मैं क्या भोलिओ ये गल नहीं है। गुरबाणी विच कई संकेतक अखर वरते ते सानू ध्यान दिवाया। जिस तरह धानक एक बरादरी है, वख वख इलाकिਆਂ ਵਿੱਚ ਉਹਨਾਂ ਨੂੰ ਵੱਖ ਵੱਖ ਨਾਮਾਂ ਨਾਲ ਲੋਕ ਯਾਦ ਕਰਦੇ। ਕਈ ਉਹਨਾਂ ਨੂੰ ਭੇਡ ਕੁੱਟ ਕਹਿੰਦੇ ਨੇ, ਕਈ ਉਹਨਾਂ ਨੂੰ ਡੈਹੇ ਕਹਿੰਦੇ ਨੇ, कई उन्होंने सांसी कहते हैं। ये अपने अपने इलाके की बोली कह लो, पर उन्होंने काम किया की हुंदा? उन्हें कोई रब का नां नहीं लेना, किसी मंदिर गुरुद्वारे नहीं जाना। उन्होंने कोल शिकारी कुत्ते हुंदे ने, वो बस उन्होंने नाल ही परचे लेंदे ने। सवेर हुंदियां सार उन्होंने कुत्तियां नूं खुआ पिला के तैयार करते हैं ते जंगल में चले जाते। जंगल में जाके फिर उन्होंने कुत्तियां के नाल शिकार खेडते। गुरु नानक पातशाह ने मिसाल दे के कहा, असी सारे हे परमात्मा धानक रूप हाँ। तुसीं आखोगे किवें कहता? एक स्वान दो स्वानी नाल, भलके भौंकै सदा बेहाल। एक लोभ रूपी कुत्ता साडे नाल है, आशा तृष्णा दो कुत्तियां नाल। हुण ये अर्थ करने पैणगे। एक स्वान दो स्वानी नाल, भलके भौंकै सदा बेहाल। सवेर हुंदियां सार लोभ रूपी कुत्ता भी भौंकदा, आशा ते तृष्णा रूपी कुत्तियां भी भौंकदियां। हुण इन्हां नूं चुप कराउण वास्ते असीं की करदे? कूड़ छुरा मुठा मुरदार, धानक रूप राह करतार। फिर मेरे हथ में झूठ का छुरा, दुकान ते जाके दफ्तर में जाके जिथे भी जाके झूठ बोलते। सौ गुरु दी आ चीज़ मेरी इन्ने दी आई है, आ चीज़ तो मैनू इन्ने दी आप नहीं पैंदी हैगी। झूठ बोलते सिर्फ इसलिए कि लोगों नूं ठगण वास्ते। तो ये गल्लां समझण दी लोड़ है। कबीर जी कहते हैं इसी तरह ये सूक्ष्म जिहड़ी भावना है कि मैनू बैकुंठ मिल जाए। जब लग मन बैकुंठ की आस, तब लग होए नहीं चरण निवास। महाराज भगत जी दसो फिर ये बैकुंठ है किथे? कहते कहो कबीर अब कही है काहे। कबीर जी कहते मैं की तुहानू दसां? मेरे ख्याल के मुताबिक साध संगत बैकुंठ आहे। जिहड़ा गुरमुखां की संगत विच बहना ते एक मन एक चित होके परमात्मा की कीर्ति करनी ते सुननी, बई मेरे विचार विच ये है बैकुंठ। इदों वड्डा होर कोई बैकुंठ है ही नहीं। हुण शब्द दीआं पंक्तियां वल ना जाओ, शब्द के भाव वल जाइए। जिहड़ी गल भगत जी ने समझाई उन्होंने समझिए। आख्या जो जन परमित परमन जाना, बात नहीं बैकुंठ समाना। ना जाना बैकुंठ कहाहीं, जान जान तब कहें तहाहीं। रहाओ कहन कहावन ना पते है, तो मन माने जाते हो मैं जही है।
जब लग मन बैकुंठ की आस, तब लगो होए नहीं चरण निवास। कहो कबीर एक यह काहे, साध संगत बैकुंठ आहे। गुरमुखो, गुरु की संगत विच आओ, गुरमुखां की संगत विच आओ, फुरने बंद करके परमात्मा की कीर्ति करो। यह है असली बैकुंठ जो गुरमत अनुसार सानू दसिया गया है। वाहिगुरु जी का खालसा, वाहिगुरु जी की फतेह।